ਪਾਠ ਨੰਬਰ 22 ਕੁਦਰਤੀ ਸਰੋਤ। ਬੱਚਿਓ, ਇਸ ਪਾਠ ਵਿੱਚ ਅਸੀਂ ਸਾਡੇ ਅਹਿਮ ਕੁਦਰਤੀ ਸਰੋਤਾਂ ਜਿਵੇਂ ਜੰਗਲ, ਹਵਾ, ਪਾਣੀ ਅਤੇ ਮਿੱਟੀ ਬਾਰੇ ਪੜ੍ਹਾਂਗੇ। ਇਸ ਤੋਂ ਇਲਾਵਾ ਨਵਿਆਨਯੋਗ ਅਤੇ ਨਾ ਨਵਿਆਨਯੋਗ ਸਰੋਤਾਂ ਸੰਬੰਧੀ ਜਾਣਾਂਗੇ। ਸਕੂਲ ਵਿੱਚ ਸਵੇਰ ਦੀ ਸਭਾ ਚੱਲ ਰਹੀ ਸੀ। ਹਰ ਰੋਜ਼ ਵਾਂਗ ਅੱਜ ਵੀ ਰਾਸ਼ਟਰੀ ਗਾਨ, ਅੱਜ ਦੇ ਵਿਚਾਰ ਆਦਿ ਬੋਲੇ ਜਾਣ ਤੋਂ ਬਾਅਦ ਇੱਕ ਵਿਦਿਆਰਥੀ ਵੱਲੋਂ ਖਬਰਾਂ ਪੜ੍ਹੀਆਂ ਗਈਆਂ। ਇੱਕ ਖਬਰ ਨੇ ਗੁਰਲੀਨ ਨੂੰ ਬੇਚੈਨ ਕਰ ਦਿੱਤਾ। ਖਬਰ ਸੀ, ਇੱਕ ਜੰਗਲੀ ਤੇਂਦੂਏ ਨੇ ਚਿੜੀਆ ਘਰ ਦੇ 2 ਹਿਰਨਾਂ ਨੂੰ ਸ਼ਿਕਾਰ ਬਣਾਇਆ। ਤੇਂਦੂਏ ਤੋਂ ਡਰੇ ਲੋਕਾਂ ਨੇ ਪਿੰਡਾਂ ਵਿੱਚ ਪਹਿਰੇ ਲਗਾਏ। ਸਵੇਰ ਦੀ ਸਭਾ ਤੋਂ ਬਾਅਦ ਜਿਉਂ ਹੀ ਵਿਦਿਆਰਥੀ ਆਪਣੀਆਂ ਜਮਾਤਾਂ ਵਿੱਚ ਪਹੁੰਚੇ, ਗੁਰਲੀਨ ਆਪਣੀਆਂ ਸਹੇਲੀਆਂ ਨਾਲ ਇਸ ਬਾਰੇ ਗੱਲਬਾਤ ਕਰਨ ਲੱਗੀ। ਗੁਰਲੀਨ ਹੀ ਨਹੀਂ, ਸਗੋਂ ਸਾਰੇ ਹੀ ਵਿਦਿਆਰਥੀ ਇਸ ਬਾਰੇ ਜਾਣਨ ਲਈ ਉਤਸੁਕ ਸਨ। ਜਿਵੇਂ ਹੀ ਅਧਿਆਪਕ ਜੀ ਕਲਾਸ ਵਿੱਚ ਆਏ, ਵਿਦਿਆਰਥੀਆਂ ਦੀ ਕੁਸਰ-ਮੁਸਰ ਸੁਣ ਕੇ ਬਹੁਤ ਹੀ ਪਿਆਰ ਨਾਲ ਪੁੱਛਿਆ ਕਿ ਪਿਆਰੇ ਵਿਦਿਆਰਥੀਓ, ਕੀ ਗੱਲ, ਅੱਜ ਕਿਸ ਗੱਲ ਤੇ ਵਿਚਾਰ ਕਰ ਰਹੇ ਹੋ? ਤਾਂ ਗੁਰਲੀਨ ਨੇ ਝੱਟ ਪੁੱਛਿਆ, ਮੈਡਮ, ਇਸ ਜੰਗਲੀ ਤੇਂਦੂਏ ਨੇ ਚਿੜੀਆ ਘਰ ਵੱਲ ਆ ਕੇ ਹਿਰਨਾਂ ਦਾ ਸ਼ਿਕਾਰ ਕਿਉਂ ਕੀਤਾ? ਕੀ ਇਸ ਨੂੰ ਆਪਣੇ ਜੰਗਲ ਵਿੱਚ ਖਾਣ ਲਈ ਕੁਝ ਨਹੀਂ ਮਿਲਿਆ? ਅਧਿਆਪਕ, ਹਾਂ ਗੁਰਲੀਨ, ਬਿਲਕੁਲ ਠੀਕ। ਸੱਚਮੁੱਚ ਇਹ ਤਾਂ ਇੱਕ ਬਹੁਤ ਹੀ ਗੰਭੀਰ ਵਿਸ਼ਾ ਹੈ। ਇਸ ਤੇ ਆਪਾਂ ਅੱਜ ਜ਼ਰੂਰ ਵਿਚਾਰ ਕਰਾਂਗੇ। ਬੱਚਿਓ, ਅਕਸਰ ਜੰਗਲੀ ਜਾਨਵਰ ਆਬਾਦੀ ਵਿੱਚ ਭੋਜਨ ਦੀ ਤਲਾਸ਼ ਵਿੱਚ ਆ ਜਾਂਦੇ ਹਨ। ਇਸ ਵਿੱਚ ਉਹਨਾਂ ਦਾ ਕਸੂਰ ਨਹੀਂ, ਬਲਕਿ ਅਸੀਂ ਹੀ ਜੰਗਲਾਂ ਨੂੰ ਨਸ਼ਟ ਕਰਕੇ ਉਹਨਾਂ ਨੂੰ ਅਜਿਹਾ ਕਰਨ ਲਈ ਮਜਬੂਰ ਕਰ ਰਹੇ ਹਾਂ। ਪਿਆਰੇ ਵਿਦਿਆਰਥੀਓ, ਪਹਿਲੀ ਗੱਲ ਤਾਂ ਇਹ ਕਿ ਮਨੁੱਖ ਜੰਗਲਾਂ ਨੂੰ ਕੱਟ ਕੇ ਆਪ ਉੱਥੇ ਆਪਣੇ ਪਿੰਡ ਅਤੇ ਸ਼ਹਿਰ ਵਸਾ ਰਿਹਾ ਹੈ। ਭਾਵ ਮਨੁੱਖ ਜਾਨਵਰਾਂ ਦੇ ਘਰਾਂ ਤੇ ਹਮਲਾ ਕਰਕੇ ਉਹਨਾਂ ਦੇ ਨਿਵਾਸ ਸਥਾਨ ਨਸ਼ਟ ਕਰ ਰਿਹਾ ਹੈ, ਜਿਸ ਕਰਕੇ ਜੰਗਲੀ ਜਾਨਵਰਾਂ ਨੂੰ ਰਹਿਣ ਅਤੇ ਭੋਜਨ ਪ੍ਰਾਪਤ ਕਰਨਾ ਮੁਸ਼ਕਲ ਹੋ ਰਿਹਾ ਹੈ। ਇਸ ਲਈ ਜੇਕਰ ਜਾਨਵਰਾਂ ਦੇ ਨਿਵਾਸ ਇਸੇ ਤਰ੍ਹਾਂ ਨਸ਼ਟ ਕੀਤੇ ਜਾਣਗੇ ਤਾਂ ਫਿਰ ਵਿਚਾਰੇ ਜਾਨਵਰ ਕਿੱਥੇ ਜਾਣਗੇ? ਪ੍ਰਸ਼ਨ ਨੰਬਰ 1, ਤੇਂਦੂਏ ਜਾਂ ਹੋਰ ਜੰਗਲੀ ਜਾਨਵਰ ਸਾਡੇ ਰਿਹਾਇਸ਼ੀ ਖੇਤਰਾਂ ਵੱਲ ਕਿਉਂ ਆ ਰਹੇ ਹਨ? ਜੰਗਲਾਂ ਦੀ ਕਟਾਈ ਕਰਕੇ ਜੰਗਲੀ ਜਾਨਵਰਾਂ ਦੇ ਨਿਵਾਸ ਸਥਾਨ ਨਸ਼ਟ ਹੋ ਰਹੇ ਹਨ। ਇਸ ਕਾਰਨ ਭੋਜਨ ਪ੍ਰਾਪਤ ਕਰਨ ਲਈ ਉਹ ਸਾਡੇ ਰਿਹਾਇਸ਼ੀ ਖੇਤਰਾਂ ਵੱਲ ਆ ਰਹੇ ਹਨ। ਪ੍ਰਸ਼ਨ ਨੰਬਰ 2, ਕੀ ਤੁਹਾਡੇ ਇਲਾਕੇ ਵਿੱਚ ਵੀ ਕੋਈ ਅਜਿਹੀ ਘਟਨਾ ਵਾਪਰੀ ਹੈ? ਭਾਵ ਕਿਸੇ ਜੰਗਲੀ ਜੀਵ ਨੇ ਰਿਹਾਇਸ਼ੀ ਖੇਤਰ ਵਿੱਚ ਆ ਕੇ ਕੋਈ ਨੁਕਸਾਨ ਕੀਤਾ ਹੈ, ਜਾਂ ਫਿਰ ਕਿਸੇ ਅਖਬਾਰ ਜਾਂ ਟੈਲੀਵਿਜ਼ਨ ਉੱਤੇ ਕਿਸੇ ਅਜਿਹੀ ਘਟਨਾ ਬਾਰੇ ਸੁਣਿਆ ਹੈ? ਆਪਣੇ ਅਧਿਆਪਕ ਦੀ ਮਦਦ ਨਾਲ ਲਿਖੋ। ਬੱਚਿਓ, ਜੰਗਲਾਂ ਨਾਲ ਲੱਗਦੇ ਖੇਤਰਾਂ ਵਿੱਚ ਅਕਸਰ ਤੇਂਦੂਏ ਜਾਂ ਹੋਰ ਜੰਗਲੀ ਜਾਨਵਰ ਆ ਜਾਂਦੇ ਹਨ। ਜਿਵੇਂ ਮੁੰਬਈ ਸ਼ਹਿਰ ਵਿੱਚ ਅਕਸਰ ਤੇਂਦੂਏ ਇਨਸਾਨੀ ਬਸਤੀਆਂ ਵਿੱਚ ਆ ਜਾਂਦੇ ਹਨ। ਕਈ ਵਾਰ ਉਹ ਇਨਸਾਨਾਂ ਅਤੇ ਪਾਲਤੂ ਜਾਨਵਰਾਂ ਉੱਤੇ ਵੀ ਹਮਲਾ ਕਰ ਦਿੰਦੇ ਹਨ। ਗੁਰਲੀਨ, ਮੈਡਮ, ਕੀ ਮਨੁੱਖ ਨੂੰ ਜੰਗਲਾਂ ਦੀ ਲੋੜ ਨਹੀਂ ਹੈ? ਅਧਿਆਪਕ, ਅਜਿਹੀ ਗੱਲ ਨਹੀਂ ਹੈ। ਜੰਗਲ ਤਾਂ ਮਨੁੱਖ ਦੀ ਮੁੱਢਲੀ ਲੋੜ ਹਨ। ਪਹਿਲ ਤਾਂ ਮਨੁੱਖ ਵੀ ਹੋਰ ਜੰਗਲੀ ਜੀਵਾਂ ਦੀ ਤਰ੍ਹਾਂ ਜੰਗਲਾਂ ਵਿੱਚ ਹੀ ਰਹਿੰਦਾ ਸੀ। ਆਪਣੀਆਂ ਸਾਰੀਆਂ ਲੋੜਾਂ ਲਈ ਜੰਗਲਾਂ ਤੇ ਹੀ ਨਿਰਭਰ ਕਰਦਾ ਸੀ। ਹੁਣ ਵੀ ਭਾਵੇਂ ਮਨੁੱਖ ਨੇ ਬਹੁਤ ਵਿਕਾਸ ਕਰ ਲਿਆ ਹੈ, ਪਰੰਤੂ ਜਿਉਂਦੇ ਰਹਿਣ ਲਈ ਮਨੁੱਖ ਅੱਜ ਵੀ ਕੁਦਰਤ ਵੱਲੋਂ ਪ੍ਰਾਪਤ ਇਹਨਾਂ ਕੁਦਰਤੀ ਸਰੋਤਾਂ ਜਿਵੇਂ ਜੰਗਲ, ਹਵਾ, ਪਾਣੀ, ਭੂਮੀ, ਕੋਲਾ, ਪੈਟਰੋਲੀਅਮ, ਕੁਦਰਤੀ ਗੈਸ ਵਰਗੀਆਂ ਨਿਆਮਤਾਂ ਤੇ ਹੀ ਨਿਰਭਰ ਹੈ। ਇਹਨਾਂ ਸਾਰੇ ਕੁਦਰਤੀ ਸਰੋਤਾਂ ਵਿੱਚੋਂ ਜੰਗਲਾਂ ਦੀ ਮਹੱਤਤਾ ਹੋਰ ਵੀ ਜ਼ਿਆਦਾ ਇਸ ਲਈ ਹੈ ਕਿਉਂਕਿ ਬਾਕੀ ਸਾਰੇ ਸਰੋਤਾਂ ਦਾ ਆਧਾਰ
ਜੰਗਲ ਹੀ ਹਨ। ਹਵਾ, ਪਾਣੀ, ਭੂਮੀ ਨਵਿਆਨਯੋਗ ਸਾਧਨ ਹਨ ਜੋ ਜੰਗਲਾਂ ਦੁਆਰਾ ਕਈ ਕੁਦਰਤੀ ਢੰਗਾਂ ਦੁਆਰਾ ਨਿਭਾਏ ਜਾਂਦੇ ਹਨ। ਭਾਵ ਇਹਨਾਂ ਦੀ ਪੂਰਤੀ ਕੁਝ ਸਮੇਂ ਵਿੱਚ ਦੁਆਰਾ ਹੋ ਜਾਂਦੀ ਹੈ। ਸੋ ਬੱਚਿਓ, ਜੰਗਲ ਸਾਡੇ ਜੀਵਨ ਲਈ ਬਹੁਤ ਉਪਯੋਗੀ ਹਨ, ਪਰੰਤੂ ਕੋਲਾ, ਪੈਟਰੋਲੀਅਮ, ਕੁਦਰਤੀ ਗੈਸ ਨਾ ਨਵਿਆਨਯੋਗ ਸਰੋਤ ਹਨ, ਕਿਉਂਕਿ ਇਹਨਾਂ ਦੀ ਪੂਰਤੀ ਦੁਬਾਰਾ ਛੇਤੀ ਨਹੀਂ ਹੋ ਸਕਦੀ। ਇਹਨਾਂ ਨੂੰ ਬਣਨ ਲਈ ਲੱਖਾਂ ਸਾਲ ਲੱਗ ਜਾਂਦੇ ਹਨ। ਸੋ ਬੱਚਿਓ, ਨਵਿਆਨਯੋਗ ਸਰੋਤ ਉਹ ਹੁੰਦੇ ਹਨ ਜੋ ਕੁਦਰਤੀ ਢੰਗਾਂ ਦੁਆਰਾ ਨਵਿਆਏ ਜਾਂਦੇ ਹਨ, ਜਿਵੇਂ ਹਵਾ, ਪਾਣੀ, ਮਿੱਟੀ। ਅਤੇ ਨਾ ਨਵਿਆਨਯੋਗ ਸਰੋਤ ਉਹ ਹੁੰਦੇ ਹਨ ਜਿਨ੍ਹਾਂ ਦੀ ਪੂਰਤੀ ਆਸਾਨੀ ਨਾਲ ਨਹੀਂ ਹੁੰਦੀ। ਸੋ ਇਹ ਸਰੋਤ ਸਾਨੂੰ ਬੜੇ ਸੰਜਮ ਨਾਲ ਪ੍ਰਯੋਗ ਕਰਨੇ ਚਾਹੀਦੇ ਹਨ, ਜਿਵੇਂ ਕੋਲਾ, ਪੈਟਰੋਲੀਅਮ, ਡੀਜ਼ਲ ਆਦਿ। ਪ੍ਰਸ਼ਨ ਨੰਬਰ 3, ਕੁਦਰਤੀ ਸਰੋਤ ਕੀ ਹਨ? ਵੱਖ-ਵੱਖ ਕੁਦਰਤੀ ਸਰੋਤਾਂ ਦੀ ਸੂਚੀ ਬਣਾਓ। ਉਹ ਸਰੋਤ ਜੋ ਮਨੁੱਖੀ ਦਖਲ-ਅੰਦਾਜ਼ੀ ਤੋਂ ਬਿਨਾਂ ਧਰਤੀ ਤੇ ਮੌਜੂਦ ਹਨ, ਉਹ ਕੁਦਰਤੀ ਸਰੋਤ ਹੁੰਦੇ ਹਨ, ਜਿਵੇਂ ਜੰਗਲ, ਹਵਾ, ਪਾਣੀ, ਭੂਮੀ, ਕੋਲਾ, ਪੈਟਰੋਲੀਅਮ, ਕੁਦਰਤੀ ਗੈਸ ਆਦਿ। ਪ੍ਰਸ਼ਨ ਨੰਬਰ 4, ਹੇਠਾਂ ਵੱਖ-ਵੱਖ ਕਿਸਮ ਦੇ ਕੁਦਰਤੀ ਸਰੋਤਾਂ ਦੀ ਇੱਕ ਉਦਾਹਰਨ ਦਿੱਤੀ ਗਈ ਹੈ। ਬਾਕੀ ਸੂਚੀ ਪੂਰੀ ਕਰੋ। ਨਵਿਆਨਯੋਗ ਕੁਦਰਤੀ ਸਰੋਤ ਜੰਗਲ, ਹਵਾ, ਪਾਣੀ, ਮਿੱਟੀ। ਨਾ ਨਵਿਆਨਯੋਗ ਕੁਦਰਤੀ ਸਰੋਤ ਕੋਲਾ, ਪੈਟਰੋਲ, ਡੀਜ਼ਲ, ਕੁਦਰਤੀ ਗੈਸ। ਜੰਗਲ ਸਾਡੇ ਮਹੱਤਵਪੂਰਨ ਕੁਦਰਤੀ ਸਰੋਤ ਹਨ। ਇਹ ਪ੍ਰਕਾਸ਼ ਸੰਸਲੇਸ਼ਣ ਕਿਰਿਆ ਦੁਆਰਾ ਵਾਯੂਮੰਡਲ ਵਿੱਚੋਂ ਕਾਰਬਨ ਡਾਈਆਕਸਾਈਡ ਸੋਖਦੇ ਹਨ ਅਤੇ ਆਕਸੀਜਨ ਗੈਸ ਵਾਯੂਮੰਡਲ ਵਿੱਚ ਛੱਡਦੇ ਰਹਿੰਦੇ ਹਨ। ਇਸ ਤਰ੍ਹਾਂ ਵਾਯੂਮੰਡਲ ਵਿੱਚ ਗੈਸਾਂ ਦਾ ਅਨੁਪਾਤ ਸਥਿਰ ਰਹਿੰਦਾ ਹੈ। ਜੰਗਲ ਵਾਸ਼ਪੀਕਰਨ ਕਿਰਿਆ ਦੁਆਰਾ ਹਵਾ ਵਿੱਚ ਪਾਣੀ ਛੱਡਦੇ ਰਹਿੰਦੇ ਹਨ, ਜਿਸ ਨਾਲ ਵਾਯੂਮੰਡਲ ਵਿੱਚ ਤਾਪਮਾਨ ਵੀ ਕਾਬੂ ਵਿੱਚ ਰਹਿੰਦਾ ਹੈ ਅਤੇ ਇਹੋ ਵਾਸ਼ਪ ਬੱਦਲ ਬਣਾਉਣ ਵਿੱਚ ਵੀ ਸਹਾਈ ਹੁੰਦੇ ਹਨ, ਜਿਸ ਕਰਕੇ ਵਰਖਾ ਹੁੰਦੀ ਹੈ। ਆਓ ਇਹ ਸਮਝਣ ਲਈ ਇੱਕ ਕਿਰਿਆ ਕਰੀਏ। ਕਿਰਿਆ 1, ਕਿਸੇ ਦਰਖਤ ਦੀ ਇੱਕ ਟਾਹਣੀ ਨੂੰ ਬਿਨਾਂ ਤੋੜੇ ਪਕੜ ਕੇ ਇੱਕ ਪੋਲੀਥੀਨ ਦੇ ਲਿਫਾਫੇ ਵਿੱਚ ਪਾ ਦਿਓ ਅਤੇ ਲਿਫਾਫੇ ਦਾ ਮੂੰਹ ਚੰਗੀ ਤਰ੍ਹਾਂ ਕੱਸ ਕੇ ਬੰਨ੍ਹ ਦਿਓ। ਦੂਸਰੇ ਦਿਨ ਵੇਖੋ, ਤੁਸੀਂ ਕੀ ਵੇਖਦੇ ਹੋ ਕਿ ਪੋਲੀਥੀਨ ਦੇ ਲਿਫਾਫੇ ਅੰਦਰ ਕੁਝ ਪਾਣੀ ਇਕੱਠਾ ਹੋਇਆ ਹੈ। ਇਸ ਤੋਂ ਜੋ ਸਿੱਟਾ ਨਿਕਲਿਆ ਉਸ ਨੂੰ ਕਾਪੀ ਵਿੱਚ ਨੋਟ ਕਰੋ। ਬੱਚਿਓ, ਤੁਹਾਨੂੰ ਪੋਲੀਥੀਨ ਦੇ ਲਿਫਾਫੇ ਅੰਦਰ ਪਾਣੀ ਇਕੱਠਾ ਹੋਇਆ ਮਿਲੇਗਾ। ਬੱਚਿਓ, ਇਹ ਪਾਣੀ ਹੀ ਵਾਯੂਮੰਡਲ ਵਿੱਚ ਜਾ ਕੇ ਤਾਪਮਾਨ ਨੂੰ ਨਿਯੰਤਰਣ ਵਿੱਚ ਰੱਖਦਾ ਹੈ ਅਤੇ ਇਹਨਾਂ ਵਾਸ਼ਪਾਂ ਤੋਂ ਹੀ ਬੱਦਲ ਬਣਦੇ ਹਨ, ਜਿਨ੍ਹਾਂ ਕਾਰਨ ਪ੍ਰਿਥਵੀ ਉੱਪਰ ਵਰਖਾ ਹੁੰਦੀ ਹੈ। ਸੋ ਬੱਚਿਓ, ਜੰਗਲ ਵਰਖਾ ਲਿਆਉਣ ਵਿੱਚ ਵੀ ਸਹਾਈ ਹੁੰਦੇ ਹਨ। ਜੰਗਲਾਂ ਦੀ ਰਹਿੰਦ-ਖੂੰਹਦ ਜਿਵੇਂ ਟਾਹਣੀਆਂ, ਪੱਤੇ, ਸੱਕ, ਫੁੱਲ, ਫਲ ਆਦਿ ਗਲਣ ਸੜਨ ਤੋਂ ਬਾਅਦ ਮਿੱਟੀ ਵਿੱਚ ਮਿਲ ਜਾਂਦੇ ਹਨ, ਜੋ ਮਿੱਟੀ ਨੂੰ ਉਪਜਾਊ ਬਣਾਉਂਦੇ ਹਨ। ਇਸ ਤਰ੍ਹਾਂ ਜੰਗਲ ਮਿੱਟੀ ਨੂੰ ਉਪਜਾਊ ਬਣਾਉਂਦੇ ਹਨ। ਜੰਗਲਾਂ ਤੋਂ ਬਹੁਤ ਸਾਰੀਆਂ ਜੜੀਆਂ ਬੂਟੀਆਂ, ਫਲ ਫਰੂਟ, ਰਬੜ, ਗੂੰਦ, ਰੰਗ ਆਦਿ ਵੀ ਪ੍ਰਾਪਤ ਹੁੰਦੇ ਹਨ। ਜੰਗਲਾਂ ਤੋਂ ਘਰ ਬਣਾਉਣ ਲਈ, ਬਾਲਣ ਲਈ, ਫਰਨੀਚਰ ਬਣਾਉਣ ਲਈ ਲੱਕੜ ਪ੍ਰਾਪਤ ਹੁੰਦੀ ਹੈ। ਪ੍ਰਸ਼ਨ ਨੰਬਰ 5, ਜੰਗਲਾਂ ਤੋਂ ਸਾਨੂੰ ਕਿਹੜੇ-ਕਿਹੜੇ ਪਦਾਰਥ ਪ੍ਰਾਪਤ ਹੁੰਦੇ ਹਨ? ਜੰਗਲਾਂ ਤੋਂ ਸਾਨੂੰ ਬਹੁਤ ਤਰ੍ਹਾਂ ਦੀਆਂ ਜੜੀ ਬੂਟੀਆਂ, ਫਲ, ਰਬੜ, ਗੂੰਦ, ਬਾਲਣ ਅਤੇ ਫਰਨੀਚਰ ਲਈ ਲੱਕੜੀ ਪ੍ਰਾਪਤ ਹੁੰਦੀ ਹੈ। ਪ੍ਰਸ਼ਨ ਨੰਬਰ 6, ਜੰਗਲ ਮਿੱਟੀ ਨੂੰ ਉਪਜਾਊ ਬਣਾਉਣ ਵਿੱਚ ਕਿਵੇਂ ਸਹਾਇਤਾ ਕਰਦੇ ਹਨ? ਜੰਗਲਾਂ ਦੀ ਰਹਿੰਦ-ਖੂੰਹਦ ਜਿਵੇਂ ਟਾਹਣੀਆਂ, ਪੱਤੇ, ਸੱਕ, ਫੁੱਲ, ਫਲ ਆਦਿ ਗਲਣ ਸੜਨ ਤੋਂ ਬਾਅਦ ਮਿੱਟੀ ਵਿੱਚ ਮਿਲ ਜਾਂਦੇ ਹਨ, ਜੋ ਮਿੱਟੀ ਨੂੰ ਉਪਜਾਊ ਬਣਾਉਂਦੇ ਹਨ। ਗੁਰਲੀਨ, ਜੇਕਰ ਜੰਗਲਾਂ ਦੇ ਇੰਨੇ ਜ਼ਿਆਦਾ ਲਾਭ ਹਨ ਤਾਂ ਫਿਰ ਮਨੁੱਖ ਜੰਗਲ ਕਿਉਂ ਕੱਟ ਰਿਹਾ ਹੈ?
ਅਧਿਆਪਕ। ਵੱਧਦੀ ਹੋਈ ਆਬਾਦੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਖੇਤੀਬਾੜੀ ਦੇ ਖੇਤਰ ਵਿੱਚ ਵਾਧਾ ਕੀਤਾ ਗਿਆ, ਉਦਯੋਗ ਲਗਾਏ ਗਏ, ਸ਼ਹਿਰ ਵਸਾਏ ਗਏ, ਸੜਕਾਂ ਅਤੇ ਰੇਲਵੇ ਲਾਈਨਾਂ ਵਿਛਾਈਆਂ ਗਈਆਂ। ਉਪਰੋਕਤ ਤੋਂ ਬਿਨਾਂ ਹੋਰ ਕਈ ਕਾਰਨਾਂ ਕਰਕੇ ਬਹੁਤ ਸਾਰੇ ਜੰਗਲ ਕੱਟ ਦਿੱਤੇ ਗਏ। ਇਹੀ ਕਾਰਨ ਹੈ ਕਿ ਜੰਗਲੀ ਜੀਵ ਭੋਜਨ ਦੀ ਭਾਲ ਵਿੱਚ ਸਾਡੇ ਰਿਹਾਇਸ਼ੀ ਖੇਤਰਾਂ ਵੱਲ ਆ ਰਹੇ ਹਨ ਅਤੇ ਜੰਗਲਾਂ ਦੇ ਕੱਟਣ ਕਾਰਨ ਬਾਕੀ ਸਾਰੇ ਕੁਦਰਤੀ ਸਰੋਤ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਇਸ ਲਈ ਹੁਣ ਜੰਗਲਾਂ ਨੂੰ ਬਚਾਉਣ ਲਈ ਬਹੁਤ ਕੁਝ ਕੀਤਾ ਜਾ ਰਿਹਾ ਹੈ ਅਤੇ ਹੋਰ ਬਹੁਤ ਕਰਨ ਦੀ ਲੋੜ ਹੈ। ਜਿਵੇਂ ਬਚੇ ਹੋਏ ਜੰਗਲਾਂ ਨੂੰ ਕੱਟਣ ਤੇ ਪਾਬੰਦੀ ਲਗਾਈ ਗਈ ਹੈ, ਜੰਗਲਾਂ ਨੂੰ ਸੁਰੱਖਿਅਤ ਰੱਖਿਆ ਜਾ ਰਿਹਾ ਹੈ, ਵੱਧ ਤੋਂ ਵੱਧ ਦਰੱਖਤ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਸ਼ਹਿਰਾਂ ਵਿੱਚ ਗ੍ਰੀਨ ਬੈਲਟਾਂ ਬਣਾਈਆਂ ਜਾ ਰਹੀਆਂ ਹਨ, ਭਾਵ ਕੁਝ ਥਾਵਾਂ ਨਿਯਤ ਕਰਕੇ ਉੱਥੇ ਰੁੱਖ ਲਗਾਏ ਜਾ ਰਹੇ ਹਨ, ਖੇਤਾਂ ਦੇ ਆਲੇ ਦੁਆਲੇ ਦਰੱਖਤ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਰੁੱਖ ਲਗਾਉਣ ਲਈ ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਵਨ ਮਹਾਉਤਸਵ ਮਨਾਇਆ ਜਾਂਦਾ ਹੈ। ਬੱਚਿਓ, ਵਨ ਮਹਾਉਤਸਵ ਉੱਤੇ ਤੁਸੀਂ ਵੀ ਸਕੂਲਾਂ ਵਿੱਚ ਦਰੱਖਤ ਜ਼ਰੂਰ ਲਗਾਉਂਦੇ ਹੋਵੋਗੇ। ਪ੍ਰਸ਼ਨ ਨੰਬਰ 7, ਜੰਗਲ ਦੀ ਕਟਾਈ ਦੇ ਕਾਰਨ ਦੱਸੋ। ਵੱਧਦੀ ਆਬਾਦੀ ਕਾਰਨ, ਖੇਤੀਬਾੜੀ ਦੇ ਖੇਤਰ ਵਿੱਚ ਵਾਧਾ, ਉਦਯੋਗਾਂ ਕਾਰਨ, ਜੰਗਲੀ ਇਲਾਕਿਆਂ ਵਿੱਚ ਸ਼ਹਿਰ ਵਸਾਉਣ ਕਰਕੇ ਅਤੇ ਸੜਕਾਂ ਜਾਂ ਰੇਲ ਲਾਈਨਾਂ ਵਿਛਾਉਣ ਕਰਕੇ ਜੰਗਲਾਂ ਦੀ ਕਟਾਈ ਹੋ ਰਹੀ ਹੈ। ਹਵਾ ਇੱਕ ਅਦਿੱਖ ਭਾਵ ਵਿਖਾਈ ਨਾ ਦੇਣ ਵਾਲਾ ਕੁਦਰਤੀ ਸਰੋਤ ਹੈ। ਇਹ ਪ੍ਰਿਥਵੀ ਦੇ ਆਲੇ ਦੁਆਲੇ ਸਾਰੇ ਪਾਸੇ ਮੌਜੂਦ ਹੈ ਅਤੇ ਇਹ ਪ੍ਰਿਥਵੀ ਦਾ ਵਾਯੂਮੰਡਲ ਬਣਾਉਂਦੀ ਹੈ। ਸਾਰੇ ਹਰੇ ਪੌਦੇ ਹਵਾ ਵਿੱਚੋਂ ਕਾਰਬਨ ਡਾਈਆਕਸਾਈਡ ਸੋਖ ਕੇ ਭੋਜਨ ਬਣਾਉਂਦੇ ਹਨ। ਸਾਰੇ ਪੌਦੇ ਅਤੇ ਜੰਤੂ ਸਾਹ ਲੈਣ ਲਈ ਆਕਸੀਜਨ ਹਵਾ ਵਿੱਚੋਂ ਸੋਖਦੇ ਹਨ। ਸਾਰੇ ਬਾਲਣਾਂ ਨੂੰ ਬਲਨ ਕਿਰਿਆ ਸਮੇਂ ਆਕਸੀਜਨ ਗੈਸ ਹਵਾ ਵਿੱਚੋਂ ਹੀ ਮਿਲਦੀ ਹੈ। ਹਵਾ ਟਾਇਰਾਂ ਅਤੇ ਗੁਬਾਰਿਆਂ ਵਿੱਚ ਭਰੀ ਜਾਂਦੀ ਹੈ। ਅੱਜਕੱਲ ਬਿਜਲੀ ਪੈਦਾ ਕਰਨ ਲਈ ਪੌਣ ਚੱਕੀਆਂ ਦੀ ਵੀ ਵਰਤੋਂ ਕੀਤੀ ਜਾਂਦੀ ਹੈ ਜੋ ਹਵਾ ਨਾਲ ਚੱਲਦੀਆਂ ਹਨ। ਇਸ ਤੋਂ ਇਲਾਵਾ ਅਸੀਂ ਆਪਣੇ ਰੋਜ਼ਾਨਾ ਜੀਵਨ ਵਿੱਚ ਵੀ ਹਵਾ ਦੀ ਵਰਤੋਂ ਕਰਦੇ ਹਾਂ, ਜਿਵੇਂ ਪਤੰਗ ਉਡਾਉਣ ਲਈ, ਤੂੜੀ ਵਿੱਚੋਂ ਦਾਣੇ ਵੱਖ ਕਰਨ ਲਈ, ਗਰਮੀਆਂ ਵਿੱਚ ਪੱਖਾ ਚਲਾ ਕੇ ਹਵਾ ਲੈਣ ਲਈ। ਕਿਰਿਆ 2, ਆਓ ਇੱਕ ਪੌਣ ਚੱਕੀ ਬਣਾਈਏ। ਇੱਕ ਵਰਗਾਕਾਰ ਕਾਗਜ਼ ਲਓ, ਉਸ ਦੇ ਚਾਰੋਂ ਕਿਨਾਰਿਆਂ ਤੋਂ ਕੇਂਦਰ ਵੱਲ ਨੂੰ ਕੱਟ ਲਗਾਓ। ਚਾਰੋਂ ਕਿਨਾਰਿਆਂ ਤੋਂ ਪਕੜ ਕੇ ਕੇਂਦਰ ਵੱਲ ਮੋੜੋ ਤੇ ਇਕੱਠਿਆਂ ਨੂੰ ਇੱਕ ਪਿੰਨ ਲਗਾਓ। ਪਿੰਨ ਨੂੰ ਇੱਕ ਕਾਨੇ ਵਿੱਚ ਲਗਾ ਕੇ ਥੋੜਾ ਜਿਹਾ ਮੋੜ ਦਿਓ। ਹੁਣ ਪੌਣ ਚੱਕੀ ਤਿਆਰ ਹੈ। ਇਸ ਨੂੰ ਹੱਥ ਵਿੱਚ ਪਕੜ ਕੇ ਥੋੜਾ ਦੌੜੋ ਜਾਂ ਚੱਲਦੇ ਹੋਏ ਪੱਖੇ ਵੱਲ ਕਰ ਦਿਓ। ਇਹ ਘੁੰਮਣ ਲੱਗ ਜਾਂਦੀ ਹੈ। ਬੱਚਿਓ, ਇਹਨਾਂ ਤਸਵੀਰਾਂ ਨੂੰ ਵੇਖਦੇ ਹੋਏ ਤੁਸੀਂ ਪੌਣ ਚੱਕੀ ਤਿਆਰ ਕਰ ਸਕਦੇ ਹੋ। ਪੌਣ ਚੱਕੀ ਦੁਆਰਾ ਬਿਜਲੀ ਦਾ ਉਤਪਾਦਨ। ਪ੍ਰਸ਼ਨ ਨੰਬਰ 8, ਜੰਗਲਾਂ ਨੂੰ ਬਚਾਉਣ ਲਈ ਤੁਸੀਂ ਕੀ ਕਰੋਗੇ? ਅਸੀਂ ਲੋਕਾਂ ਨੂੰ ਪੌਦੇ ਲਗਾਉਣ ਲਈ ਅਤੇ ਜੰਗਲਾਂ ਦੀ ਮਹੱਤਤਾ ਦੱਸ ਕੇ ਲੋਕਾਂ ਨੂੰ ਜਾਗਰੂਕ ਕਰ ਸਕਦੇ ਹਾਂ। ਪ੍ਰਸ਼ਨ ਨੰਬਰ 9, ਪੌਦੇ ਪ੍ਰਕਾਸ਼ ਸੰਸਲੇਸ਼ਣ ਕਿਰਿਆ ਲਈ ਹਵਾ ਵਿੱਚੋਂ ਕਿਸ ਗੈਸ ਦੀ ਵਰਤੋਂ ਕਰਦੇ ਹਨ? ਪੌਦੇ ਪ੍ਰਕਾਸ਼ ਸੰਸਲੇਸ਼ਣ ਕਿਰਿਆ ਲਈ ਹਵਾ ਵਿੱਚੋਂ ਕਾਰਬਨ ਡਾਈਆਕਸਾਈਡ ਗੈਸ ਦੀ ਵਰਤੋਂ ਕਰਦੇ ਹਨ। ਪ੍ਰਸ਼ਨ ਨੰਬਰ 10, ਸਜੀਵ ਸਾਹ ਲੈਣ ਲਈ ਹਵਾ ਵਿੱਚੋਂ ਕਿਹੜੀ ਗੈਸ ਦੀ ਵਰਤੋਂ ਕਰਦੇ ਹਨ? ਸਜੀਵ ਸਾਹ ਲੈਣ ਲਈ ਹਵਾ ਵਿੱਚੋਂ ਆਕਸੀਜਨ ਗੈਸ ਦੀ ਵਰਤੋਂ ਕਰਦੇ ਹਨ। ਪ੍ਰਸ਼ਨ ਨੰਬਰ 11, ਸਜੀਵ ਸਾਹ ਲੈਣ ਸਮੇਂ ਹਵਾ ਵਿੱਚ ਕਿਹੜੀ ਗੈਸ ਛੱਡਦੇ ਹਨ? ਸਜੀਵ ਸਾਹ ਲੈਣ ਸਮੇਂ ਹਵਾ ਵਿੱਚ ਕਾਰਬਨ ਡਾਈਆਕਸਾਈਡ ਗੈਸ ਛੱਡਦੇ ਹਨ। ਬੱਚਿਓ, ਇਹ ਹਵਾ ਵੀ ਸਾਡੇ ਦੁਆਰਾ ਕੀਤੀਆਂ ਜਾ ਰਹੀਆਂ ਕਈ ਕਿਰਿਆਵਾਂ ਕਰਕੇ ਗੰਧਲੀ ਭਾਵ ਪ੍ਰਦੂਸ਼ਿਤ ਹੁੰਦੀ ਜਾ ਰਹੀ ਹੈ। ਜਿਵੇਂ ਖੇਤਾਂ ਵਿੱਚ ਨਾੜ ਭਾਵ ਫਸਲ ਦੀ ਰਹਿੰਦ ਖੂੰਹਦ ਜਾਂ ਬਗੀਚੇ ਦੇ ਪੱਤਿਆਂ ਨੂੰ ਅੱਗ ਲਗਾਉਣ ਨਾਲ, ਕੂੜੇ ਨੂੰ ਅੱਗ ਲਗਾਉਣ ਨਾਲ, ਖੁੱਲੀ ਥਾਂ ਤੇ ਕੂੜਾ ਸੁੱਟਣ ਨਾਲ, ਜੰਗਲਾਂ ਨੂੰ ਅੱਗ ਲਗਾਉਣ ਨਾਲ, ਦਰੱਖਤ ਕੱਟਣ ਨਾਲ, ਮਰੇ ਹੋਏ ਡੰਗਰ ਜਾਂ ਜੰਤੂ
ਮਿੱਟੀ ਵਿੱਚ ਦਬਾਉਣ ਦੀ ਬਜਾਏ ਇੱਧਰ ਉੱਧਰ ਸੁੱਟਣ ਕਾਰਨ, ਪਟਾਕੇ ਅਤੇ ਆਤਿਸ਼ਬਾਜ਼ੀ ਚਲਾਉਣ ਨਾਲ, ਚਿੱਕਣ ਖੰਘਣ ਕਾਰਨ, ਬਾਲਣ ਦੇ ਧੂਏ, ਵਾਹਨਾਂ ਦੇ ਧੂਏ ਅਤੇ ਫੈਕਟਰੀਆਂ ਦੇ ਧੂਏ ਕਾਰਨ, ਸਿਗਰਟ ਦੇ ਧੂਏ ਕਾਰਨ। ਸੋ ਬੱਚਿਓ, ਅਸੀਂ ਹੀ ਹਵਾ ਨੂੰ ਗੰਦਾ ਕਰ ਰਹੇ ਹਾਂ, ਜਦਕਿ ਇਸੇ ਹਵਾ ਵਿੱਚ ਹੀ ਅਸੀਂ ਸਾਹ ਲੈਣਾ ਹੁੰਦਾ ਹੈ। ਸੋ ਬੱਚਿਓ, ਇਸ ਤਰ੍ਹਾਂ ਦੀ ਹਵਾ ਵਿੱਚ ਸਾਹ ਲੈਣ ਨਾਲ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। ਪ੍ਰਸ਼ਨ ਨੰਬਰ 12, ਹੇਠਾਂ ਕੁਝ ਕਿਰਿਆਵਾਂ ਦਿੱਤੀਆਂ ਗਈਆਂ ਹਨ। ਦੱਸੋ ਕਿਹਨਾਂ ਕਿਰਿਆਵਾਂ ਦੁਆਰਾ ਹਵਾ ਪ੍ਰਦੂਸ਼ਿਤ ਹੁੰਦੀ ਹੈ ਅਤੇ ਕਿਹਨਾਂ ਦੁਆਰਾ ਨਹੀਂ। ਲੱਕੜ ਜਲਾਉਣ ਨਾਲ ਹਾਂ, ਟਾਇਰਾਂ ਵਿੱਚ ਹਵਾ ਭਰਨ ਨਾਲ ਨਹੀਂ, ਸਾਹ ਲੈਣ ਨਾਲ ਨਹੀਂ, ਪੱਖਾ ਚਲਾਉਣ ਨਾਲ ਨਹੀਂ, ਹਨੇਰੀ ਆਉਣ ਨਾਲ ਹਾਂ, ਕੂੜੇ ਨੂੰ ਅੱਗ ਲਗਾਉਣ ਨਾਲ ਹਾਂ, ਖੇਤਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਨਾਲ ਹਾਂ, ਆਤਿਸ਼ਬਾਜ਼ੀ ਅਤੇ ਪਟਾਕੇ ਚਲਾਉਣ ਨਾਲ ਪੈਦਾ ਹੋਏ ਧੂਏ ਕਾਰਨ ਹਾਂ। ਪਾਣੀ ਵੀ ਇੱਕ ਮਹੱਤਵਪੂਰਨ ਕੁਦਰਤੀ ਸਰੋਤ ਹੈ। ਇਹ ਸਾਡੀ ਪ੍ਰਿਥਵੀ ਉੱਪਰ ਸਮੁੰਦਰਾਂ, ਦਰਿਆਵਾਂ, ਨਦੀਆਂ, ਖੂਹਾਂ ਵਿੱਚ ਅਤੇ ਧਰਤੀ ਦੇ ਹੇਠਾਂ ਮੌਜੂਦ ਹੈ। ਧਰੁਵਾਂ ਉੱਤੇ ਬਰਫ਼ ਦੇ ਰੂਪ ਵਿੱਚ ਮੌਜੂਦ ਹੈ, ਪਰੰਤੂ ਵਰਤੋਂਯੋਗ ਪਾਣੀ ਦੀ ਮਾਤਰਾ ਬਹੁਤ ਹੀ ਘੱਟ ਹੈ। ਇਸ ਦੀ ਰੋਜ਼ਾਨਾ ਜੀਵਨ ਵਿੱਚ ਸਾਰੇ ਹੀ ਸਜੀਵਾਂ ਦੁਆਰਾ ਵਰਤੋਂ ਕੀਤੀ ਜਾਂਦੀ ਹੈ। ਫੈਕਟਰੀਆਂ ਅਤੇ ਘਰਾਂ ਵਿੱਚੋਂ ਨਿਕਲਦਾ ਗੰਦਾ ਪਾਣੀ ਲਗਾਤਾਰ ਨਦੀਆਂ ਅਤੇ ਦਰਿਆਵਾਂ ਵਿੱਚ ਰਲ ਕੇ ਸਾਫ਼ ਪਾਣੀ ਨੂੰ ਗੰਦਲਾ ਕਰ ਰਿਹਾ ਹੈ। ਇਸ ਗੰਦੇ ਪਾਣੀ ਨੂੰ ਪੀਣ ਕਾਰਨ ਮਨੁੱਖ ਨੂੰ ਹੈਜ਼ੇ ਅਤੇ ਪੀਲੀਏ ਵਰਗੀਆਂ ਖਤਰਨਾਕ ਬਿਮਾਰੀਆਂ ਹੋ ਰਹੀਆਂ ਹਨ ਅਤੇ ਜੀਵ ਜੰਤੂ ਵੀ ਮਰ ਰਹੇ ਹਨ। ਸਾਰੇ ਸਜੀਵਾਂ ਦੇ ਜਿਉਂਦੇ ਰਹਿਣ ਲਈ ਪਾਣੀ ਅਤੀ ਜ਼ਰੂਰੀ ਹੈ। ਖੇਤੀਬਾੜੀ ਵਿੱਚ ਸਿੰਚਾਈ ਲਈ, ਰੇਲ ਗੱਡੀਆਂ ਦੇ ਭਾਫ ਇੰਜਨ ਚਲਾਉਣ ਲਈ, ਪਾਣੀ ਵਾਲੇ ਜਹਾਜ਼ ਚਲਾਉਣ ਲਈ। ਬੱਚਿਓ, ਪਾਣੀ ਦਾ ਪ੍ਰਦੂਸ਼ਣ ਕੱਪੜੇ ਧੋਣ ਨਾਲ, ਕਿਨਾਰਿਆਂ ਤੇ ਕੂੜਾ ਸੁੱਟਣ ਨਾਲ, ਨਾਲੀਆਂ ਦਾ ਗੰਦਾ ਪਾਣੀ ਮਿਲਣ ਨਾਲ ਅਤੇ ਫੈਕਟਰੀਆਂ ਦੁਆਰਾ ਗੰਦਾ ਪਾਣੀ ਸੁੱਟਣ ਤੇ ਪਾਣੀ ਦਾ ਪ੍ਰਦੂਸ਼ਣ ਹੋ ਰਿਹਾ ਹੈ। ਉਦਯੋਗਾਂ ਵਿੱਚ, ਮੱਛੀ ਪਾਲਣ ਲਈ, ਪਨ ਬਿਜਲੀ ਘਰਾਂ ਵਿੱਚ ਬਿਜਲੀ ਪੈਦਾ ਕਰਨ ਲਈ ਵੀ ਪਾਣੀ ਦੀ ਵਰਤੋਂ ਹੁੰਦੀ ਹੈ। ਪ੍ਰਸ਼ਨ ਨੰਬਰ 13, ਤੁਸੀਂ ਰੋਜ਼ਾਨਾ ਜੀਵਨ ਵਿੱਚ ਪਾਣੀ ਦੀ ਵਰਤੋਂ ਕਿੱਥੇ-ਕਿੱਥੇ ਕਰਦੇ ਹੋ? ਅਸੀਂ ਪਾਣੀ ਪੀਣ ਲਈ, ਸਫਾਈ ਲਈ, ਫਸਲਾਂ ਦੀ ਸਿੰਚਾਈ ਲਈ, ਖਾਣਾ ਪਕਾਉਣ ਲਈ ਕਰਦੇ ਹਾਂ। ਪ੍ਰਸ਼ਨ ਨੰਬਰ 14, ਸਾਡੇ ਹਰ ਰੋਜ਼ ਦੇ ਕੰਮਾਂ ਦੌਰਾਨ ਪਾਣੀ ਪ੍ਰਦੂਸ਼ਿਤ ਹੁੰਦਾ ਰਹਿੰਦਾ ਹੈ ਜਾਂ ਅਜਾਈ ਜਾਂਦਾ ਰਹਿੰਦਾ ਹੈ। ਤੁਸੀਂ ਇਸ ਨੂੰ ਘੱਟ ਕਰਨ ਲਈ ਕੀ ਕਰੋਗੇ? ਅਸੀਂ ਫਾਲਤੂ ਚੱਲਦੀਆਂ ਟੂਟੀਆਂ ਬੰਦ ਕਰਕੇ ਅਤੇ ਸਫਾਈ ਲਈ ਪਾਣੀ ਦੀ ਉਚਿਤ ਵਰਤੋਂ ਕਰਕੇ ਪਾਣੀ ਨੂੰ ਬਚਾ ਸਕਦੇ ਹਾਂ। ਮਿੱਟੀ, ਜੰਗਲ, ਹਵਾ ਅਤੇ ਪਾਣੀ ਦੀ ਤਰ੍ਹਾਂ ਮਿੱਟੀ ਵੀ ਇੱਕ ਬਹੁਤ ਮਹੱਤਵਪੂਰਨ ਕੁਦਰਤੀ ਸਰੋਤ ਹੈ। ਇਸ ਦੀ ਵਰਤੋਂ ਘਰ ਬਣਾਉਣ ਲਈ, ਪੌਦੇ ਲਗਾਉਣ ਲਈ, ਬਰਤਨ ਬਣਾਉਣ ਲਈ ਅਤੇ ਹੋਰ ਅਨੇਕ ਕੰਮਾਂ ਵਿੱਚ ਕੀਤੀ ਜਾਂਦੀ ਹੈ। ਪਰੰਤੂ ਮਿੱਟੀ ਵੀ ਕਈ ਕਾਰਨਾਂ ਕਰਕੇ ਪ੍ਰਦੂਸ਼ਿਤ ਹੁੰਦੀ ਜਾ ਰਹੀ ਹੈ, ਜਿਵੇਂ ਕੀਟਨਾਸ਼ਕਾਂ ਦੀ ਵਰਤੋਂ ਲੋੜ ਤੋਂ ਵੱਧ ਕਰਨ ਨਾਲ, ਨਦੀਨ ਨਾਸ਼ਕਾਂ ਦੀ ਵਰਤੋਂ ਲੋੜ ਤੋਂ ਵੱਧ ਕਰਨ ਨਾਲ। ਬੱਚਿਓ, ਭੂਮੀ ਪ੍ਰਦੂਸ਼ਣ ਦੀ ਇੱਕ ਤਸਵੀਰ, ਰਸਾਇਣਿਕ ਖਾਦਾਂ ਦੀ ਵਰਤੋਂ ਲੋੜ ਤੋਂ ਵੱਧ ਕਰਨ ਨਾਲ, ਪੋਲੀਥੀਨ ਤੇ ਪਲਾਸਟਿਕ ਆਦਿ ਵਿਅਰਥ ਪਦਾਰਥ ਮਿੱਟੀ ਵਿੱਚ ਸੁੱਟਣ ਨਾਲ, ਹਨੇਰੀਆਂ ਨਾਲ ਉਪਜਾਊ ਮਿੱਟੀ ਉੱਡ ਜਾਂਦੀ ਹੈ, ਹੜ੍ਹਾਂ ਦੁਆਰਾ ਉਪਜਾਊ ਮਿੱਟੀ ਖੁਰ ਕੇ ਰੁੜ ਜਾਂਦੀ ਹੈ, ਪਹਾੜਾਂ ਦੀ ਅੰਨ੍ਹੇਵਾਹ ਖੁਦਾਈ ਕਰਨ ਨਾਲ। ਇਸ ਤਰ੍ਹਾਂ ਦੇ ਕਈ ਹੋਰ ਕਾਰਨ ਵੀ ਹਨ ਜਿਸ ਨਾਲ ਮਿੱਟੀ ਪ੍ਰਦੂਸ਼ਿਤ ਹੋ ਰਹੀ ਹੈ। ਪ੍ਰਸ਼ਨ ਨੰਬਰ 15, ਆਮ ਜੀਵਨ ਵਿੱਚ ਮਿੱਟੀ ਦੀ ਵਰਤੋਂ ਕਿੱਥੇ-ਕਿੱਥੇ ਕੀਤੀ ਜਾਂਦੀ ਹੈ? ਮਿੱਟੀ ਦੀ ਵਰਤੋਂ ਘਰ ਬਣਾਉਣ ਲਈ, ਪੌਦੇ ਲਗਾਉਣ ਲਈ, ਬਰਤਨ ਬਣਾਉਣ ਲਈ ਅਤੇ ਹੋਰ ਅਨੇਕ ਕੰਮਾਂ ਵਿੱਚ ਕੀਤੀ ਜਾਂਦੀ ਹੈ। ਪ੍ਰਸ਼ਨ ਨੰਬਰ 16, ਮਿੱਟੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਕੁਝ ਸੁਝਾਅ ਲਿਖੋ। ਕੀਟਨਾਸ਼ਕਾਂ ਤੇ ਖਾਦਾਂ ਦੀ ਘੱਟੋ-ਘੱਟ ਵਰਤੋਂ ਅਤੇ ਕੂੜਾ ਕਰਕਟ ਖੁੱਲ੍ਹੇ ਵਿੱਚ ਨਾ ਸੁੱਟ ਕੇ ਮਿੱਟੀ ਪ੍ਰਦੂਸ਼ਣ ਘਟਾਇਆ ਜਾ ਸਕਦਾ ਹੈ।
ਨਾ ਨਵਿਆਣਯੋਗ ਕੁਦਰਤੀ ਸਰੋਤ ਕੋਲਾ, ਪੈਟਰੋਲੀਅਮ ਅਤੇ ਕੁਦਰਤੀ ਗੈਸ ਸਾਡੇ ਨਾ ਨਵਿਆਣਯੋਗ ਕੁਦਰਤੀ ਸਰੋਤ ਹਨ, ਕਿਉਂਕਿ ਇਹਨਾਂ ਨੂੰ ਬਣਨ ਲਈ ਲੱਖਾਂ ਸਾਲ ਲੱਗਦੇ ਹਨ। ਇਹ ਕੁਦਰਤ ਵਿੱਚ ਬਹੁਤ ਹੀ ਸੀਮਿਤ ਮਾਤਰਾ ਵਿੱਚ ਮੌਜੂਦ ਹਨ ਅਤੇ ਹੁਣ ਇਹਨਾਂ ਦੀ ਵਰਤੋਂ ਵਧੇਰੇ ਹੋਣ ਕਾਰਨ ਇਹ ਦਿਨੋ ਦਿਨ ਤੇਜ਼ੀ ਨਾਲ ਘਟਦੇ ਜਾ ਰਹੇ ਹਨ ਅਤੇ ਮਹਿੰਗੇ ਵੀ ਹੁੰਦੇ ਜਾ ਰਹੇ ਹਨ, ਜਿਵੇਂ ਪੈਟਰੋਲ ਅਤੇ ਡੀਜ਼ਲ। ਕੋਲੇ ਨੂੰ ਤਾਪ ਬਿਜਲੀ ਘਰਾਂ ਵਿੱਚ ਬਿਜਲੀ ਪੈਦਾ ਕਰਨ ਲਈ ਵਰਤਿਆ ਜਾਂਦਾ ਹੈ। ਭਾਫ ਇੰਜਨਾਂ ਵਿੱਚ ਭਾਫ ਬਣਾਉਣ ਲਈ ਵਰਤਿਆ ਜਾਂਦਾ ਹੈ। ਭੱਠੀਆਂ ਵਿੱਚ ਤਾਪ ਪੈਦਾ ਕਰਨ ਲਈ ਵਰਤਿਆ ਜਾਂਦਾ ਹੈ। ਪੈਟਰੋਲੀਅਮ ਤੋਂ ਪੈਟਰੋਲ, ਡੀਜ਼ਲ, ਮਿੱਟੀ ਦਾ ਤੇਲ, ਪੈਟਰੋਲੀਅਮ ਗੈਸ ਬਣਾਈ ਜਾਂਦੀ ਹੈ। ਪੈਟਰੋਲ ਤੇ ਡੀਜ਼ਲ ਦੀ ਵਰਤੋਂ ਵਾਹਨ ਚਲਾਉਣ ਲਈ ਕੀਤੀ ਜਾਂਦੀ ਹੈ। ਮਿੱਟੀ ਦੇ ਤੇਲ ਅਤੇ ਪੈਟਰੋਲੀਅਮ ਗੈਸ ਦੀ ਵਰਤੋਂ ਖਾਣਾ ਪਕਾਉਣ ਲਈ, ਰੋਸ਼ਨੀ ਕਰਨ ਲਈ ਅਤੇ ਪਾਣੀ ਗਰਮ ਕਰਨ ਲਈ ਕੀਤੀ ਜਾਂਦੀ ਹੈ। ਉਪਰੋਕਤ ਤੋਂ ਇਲਾਵਾ ਹੋਰ ਅਨੇਕ ਕੰਮ ਇਹਨਾਂ ਸਰੋਤਾਂ ਦੀ ਵਰਤੋਂ ਕਰਕੇ ਕੀਤੇ ਜਾਂਦੇ ਹਨ। ਕਿਰਿਆ 3 ਵਾਹਨ ਚਾਲਕ ਕੋਲ ਪ੍ਰਦੂਸ਼ਣ ਸੰਬੰਧੀ ਕਿਸ ਸਰਟੀਫਿਕੇਟ ਦਾ ਹੋਣਾ ਕਾਨੂੰਨੀ ਤੌਰ ਤੇ ਜ਼ਰੂਰੀ ਹੈ। ਇਸ ਸੰਬੰਧੀ ਜਾਣਕਾਰੀ ਇਕੱਠੀ ਕਰਕੇ ਆਪਣੀ ਕਾਪੀ ਵਿੱਚ ਨੋਟ ਕਰੋ। ਬੱਚਿਓ, ਵਾਹਨਾਂ ਨੂੰ ਚਲਾਉਣ ਸਮੇਂ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ ਦਾ ਹੋਣਾ ਜ਼ਰੂਰੀ ਹੈ। ਇਸ ਤੋਂ ਭਾਵ ਇਹ ਹੈ ਕਿ ਵਾਹਨ ਸਰਕਾਰ ਦੁਆਰਾ ਪ੍ਰਦੂਸ਼ਣ ਸੰਬੰਧੀ ਮਾਪਦੰਡਾਂ ਅਨੁਸਾਰ ਠੀਕ ਹੈ। ਕਿਰਿਆ 4 ਆਪਣੇ ਮਾਤਾ ਜੀ ਦੀ ਮਦਦ ਨਾਲ ਪਤਾ ਕਰਕੇ ਲਿਖੋ ਕਿ ਉਹ ਘਰ ਵਿੱਚ ਕਿਸ ਬਾਲਣ ਦੀ ਵਰਤੋਂ ਕਰਦੇ ਹਨ। ਕੀ ਇਹ ਬਾਲਣ ਨਵਿਆਣਯੋਗ ਹੈ ਜਾਂ ਨਾ ਨਵਿਆਣਯੋਗ। ਇਹ ਵੀ ਲਿਖੋ ਕਿ ਉਹ ਬਾਲਣ ਦੀ ਬਚਤ ਕਰਨ ਲਈ ਕੀ ਕੁਝ ਕਰਦੇ ਹਨ। ਬੱਚਿਓ, ਇਹ ਸਾਰਣੀ ਤੁਸੀਂ ਖੁਦ ਪੂਰੀ ਕਰੋਗੇ। ਪ੍ਰਸ਼ਨ ਨੰਬਰ 17 ਹੇਠਾਂ ਕੁਝ ਨਾ ਨਵਿਆਣਯੋਗ ਸਰੋਤ ਦਿੱਤੇ ਗਏ ਹਨ। ਉਹਨਾਂ ਦੇ ਸਾਹਮਣੇ ਉਹਨਾਂ ਦੇ ਉਪਯੋਗ ਲਿਖੋ। ਕੋਲਾ, ਤਾਪ ਬਿਜਲੀ ਘਰ, ਭੱਠੇ, ਭਾਫ ਇੰਜਨਾਂ ਵਿੱਚ ਵਰਤੋਂ। ਪੈਟਰੋਲ, ਵਾਹਨਾਂ ਲਈ। ਡੀਜ਼ਲ, ਵਾਹਨਾਂ ਲਈ, ਭੱਠੀ ਵਿੱਚ ਵਰਤੋਂ, ਜਨਰੇਟਰ। ਮਿੱਟੀ ਦਾ ਤੇਲ, ਖਾਣਾ ਬਣਾਉਣ ਲਈ। ਰਸੋਈ ਗੈਸ, ਖਾਣਾ ਬਣਾਉਣ ਲਈ। ਸ਼੍ਰੀ MC ਮਹਿਤਾ ਭਾਰਤ ਦੇ ਮਸ਼ਹੂਰ ਵਾਤਾਵਰਣ ਪ੍ਰੇਮੀ ਵਕੀਲ ਹਨ। ਇਹਨਾਂ ਨੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਅਤੇ ਪ੍ਰਦੂਸ਼ਣ ਕਾਰਨ ਆਗਰੇ ਵਿਚਲੇ ਤਾਜ ਮਹਿਲ ਨੂੰ ਕਾਲਾ ਹੋਣ ਤੋਂ ਬਚਾਉਣ ਲਈ ਭਾਰਤ ਸਰਕਾਰ ਵਿਰੁੱਧ ਸੁਪਰੀਮ ਕੋਰਟ ਵਿੱਚ ਕਈ ਮੁਕੱਦਮੇ ਦਰਜ ਕਰਵਾਏ। ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਨੂੰ ਪ੍ਰਦੂਸ਼ਣ ਘੱਟ ਕਰਨ ਲਈ ਆਦੇਸ਼ ਜਾਰੀ ਕੀਤੇ। ਤਾਜ ਮਹਿਲ ਦੇ ਆਲੇ ਦੁਆਲੇ ਦੀਆਂ ਫੈਕਟਰੀਆਂ ਨੂੰ ਆਦੇਸ਼ ਜਾਰੀ ਕੀਤਾ ਕਿ ਜਾਂ ਤਾਂ ਉਹ ਪ੍ਰਦੂਸ਼ਣ ਤੇ ਕਾਬੂ ਪਾਉਣ ਜਾਂ ਫਿਰ ਆਪਣੀਆਂ ਫੈਕਟਰੀਆਂ ਬੰਦ ਕਰ ਦੇਣ। ਇਸ ਦੇ ਸਿੱਟੇ ਵਜੋਂ ਭਾਰਤ ਸਰਕਾਰ ਵੱਲੋਂ ਵਾਤਾਵਰਣ ਨੂੰ ਬਚਾਉਣ ਲਈ ਕਈ ਕਦਮ ਉਠਾਏ ਗਏ। ਬੱਚਿਓ, ਤੁਸੀਂ ਸਮਝ ਹੀ ਗਏ ਹੋਵੋਗੇ ਕਿ ਸਾਰੇ ਕੁਦਰਤੀ ਸਰੋਤ ਸਾਡੇ ਲਈ ਬਹੁਤ ਹੀ ਮਹੱਤਵਪੂਰਨ ਹਨ, ਪਰੰਤੂ ਇਹਨਾਂ ਸਰੋਤਾਂ ਉੱਪਰ ਕੇਵਲ ਮਨੁੱਖ ਦਾ ਹੀ ਅਧਿਕਾਰ ਨਹੀਂ, ਬਾਕੀ ਸਾਰੇ ਸਜੀਵਾਂ ਦਾ ਵੀ ਬਰਾਬਰ ਦਾ ਅਧਿਕਾਰ ਹੈ। ਇਹਨਾਂ ਨੂੰ ਵੀ ਪ੍ਰਿਥਵੀ ਉੱਪਰ ਜਿਉਣ ਦਾ ਓਨਾ ਹੀ ਹੱਕ ਹੈ ਜਿੰਨਾ ਮਨੁੱਖ ਦਾ। ਇਸ ਲਈ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਇਹਨਾਂ ਕੁਦਰਤੀ ਸਰੋਤਾਂ ਦੀ ਵਰਤੋਂ ਸੰਜਮ ਵਿੱਚ ਰਹਿ ਕੇ ਕਰੀਏ, ਤਾਂ ਕਿ ਸਾਡੇ ਨਾਲ-ਨਾਲ ਬਾਕੀ ਜੀਵ ਜੰਤੂ ਵੀ ਪ੍ਰਿਥਵੀ ਉੱਪਰ ਸ਼ਾਂਤੀਪੂਰਵਕ ਜਿਉਂਦੇ ਰਹਿ ਸਕਣ। ਯਾਦ ਰੱਖਣਯੋਗ ਗੱਲਾਂ। ਸਾਨੂੰ ਘਰ ਬਣਾਉਣ ਲਈ ਘੱਟ ਤੋਂ ਘੱਟ ਥਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਵੱਧ ਰਹੀ ਆਬਾਦੀ ਕਾਰਨ ਜੰਗਲਾਂ ਨੂੰ ਕੱਟ ਕੇ ਜ਼ਮੀਨ ਤੇ ਫਲੈਟ ਅਤੇ ਘਰ ਬਣਾਏ ਜਾਂਦੇ ਹਨ। ਧਰਤੀ ਵੱਖ-ਵੱਖ ਜੀਵ ਜੰਤੂਆਂ, ਪੰਛੀਆਂ ਅਤੇ ਕੀਟਾਂ ਦਾ ਨਿਵਾਸ ਸਥਾਨ ਹੈ। ਮਨੁੱਖ ਕੁਦਰਤੀ ਸੋਮਿਆਂ ਦੀ ਲਗਾਤਾਰ ਦੁਰਵਰਤੋਂ ਕਰ ਰਿਹਾ ਹੈ। ਜੰਗਲਾਂ ਨੂੰ ਬਚਾਉਣ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਪ੍ਰਸ਼ਨ ਨੰਬਰ 18 ਤੁਸੀਂ ਆਪਣੇ ਰੋਜ਼ਾਨਾ ਜੀਵਨ ਵਿੱਚ ਹਵਾ ਦੀ ਵਰਤੋਂ ਕਿੱਥੇ-ਕਿੱਥੇ ਕਰਦੇ ਹੋ? ਅਸੀਂ ਰੋਜ਼ਾਨਾ ਜੀਵਨ ਵਿੱਚ ਹਵਾ ਦੀ ਵਰਤੋਂ ਸਾਹ ਲੈਣ ਵਿੱਚ, ਟਾਇਰਾਂ, ਗੁਬਾਰਿਆਂ ਤੇ ਗੇਂਦਾਂ ਵਿੱਚ ਹਵਾ ਭਰਨ ਲਈ ਕਰਦੇ ਹਾਂ। ਪ੍ਰਸ਼ਨ ਨੰਬਰ 19 ਜਦੋਂ ਸਕੂਟਰ, ਕਾਰਾਂ, ਬੱਸਾਂ ਅਤੇ ਟਰੱਕ ਆਦਿ ਵਾਹਨਾਂ ਵਿੱਚ
ਇੰਧਨ ਬਾਲਦਾ ਹੈ ਤਾਂ ਉਹ ਹਵਾ ਵਿੱਚੋਂ ਕਿਹੜੀ ਗੈਸ ਦੀ ਵਰਤੋਂ ਕਰਦਾ ਹੈ ਅਤੇ ਕਿਹੜੀ ਗੈਸ ਹਵਾ ਵਿੱਚ ਛੱਡਦਾ ਹੈ। ਇੰਧਨ ਬਲਣ ਲਈ ਆਕਸੀਜਨ ਗੈਸ ਦੀ ਵਰਤੋਂ ਹੁੰਦੀ ਹੈ ਅਤੇ ਇੰਧਨ ਬਲਣ ਤੋਂ ਬਾਅਦ ਕਾਰਬਨ ਡਾਈਆਕਸਾਈਡ, ਸਲਫਰ ਆਕਸਾਈਡ, ਕਾਰਬਨ ਮੋਨੋਆਕਸਾਈਡ, ਨਾਈਟ੍ਰੋਜਨ ਤੇ ਹਾਈਡਰੋਕਾਰਬਨਸ ਪੈਦਾ ਹੁੰਦੇ ਹਨ। ਪ੍ਰਸ਼ਨ ਨੰਬਰ 20 ਹਵਾ ਪ੍ਰਦੂਸ਼ਣ ਦੇ ਕਾਰਨ ਲਿਖੋ। ਪਟਾਖਿਆਂ ਕਾਰਨ, ਫਸਲ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣਾ, ਕੂੜੇ ਨੂੰ ਅੱਗ ਲਗਾਉਣਾ, ਬਾਲਣ, ਫੈਕਟਰੀਆਂ ਤੇ ਵਾਹਨਾਂ ਦੇ ਧੂਏ ਕਾਰਨ ਹਵਾ ਪ੍ਰਦੂਸ਼ਣ ਹੁੰਦਾ ਹੈ। ਪ੍ਰਸ਼ਨ ਨੰਬਰ 21 ਤੁਸੀਂ ਹਵਾ ਨੂੰ ਗੰਦਾ ਹੋਣ ਤੋਂ ਬਚਾਉਣ ਲਈ ਕੀ ਕਰੋਗੇ? ਖਾਣਾ ਪਕਾਉਣ ਲਈ ਬਾਲਣ ਦੀ ਥਾਂ ਰਸੋਈ ਗੈਸ ਜਾਂ ਬਿਜਲੀ ਉਪਕਰਨਾਂ ਦੀ ਵਰਤੋਂ, ਕੂੜਾ ਕਰਕਟ ਨੂੰ ਨਾ ਜਲਾਉਣਾ, ਫਸਲਾਂ ਦੀ ਰਹਿੰਦ-ਖੂੰਹਦ ਨੂੰ ਜ਼ਮੀਨ ਵਿੱਚ ਵਾਹ ਕੇ ਹਵਾ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕਦਾ ਹੈ। ਇਸ ਤਰ੍ਹਾਂ ਦੀਆਂ ਵੀਡੀਓਜ਼ ਲਈ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰੋ। ਧੰਨਵਾਦ।